देखो भारत भूषण आशू एक ब्रांड है, वो एक जिमें हुंदा सैल्फ मेड बंदा है। इन्ना मंगण जिमें मतलब मैं ये गल कही सी भी कोई बंदा जिहड़ा इल्जाम लाउण वाला अगर चंगा होए ना तो तुसीं ओहदा दिल भी करदा भी नहीं यार इन्हें कही है गल इहदा मैं जवाब दें। पर इहो जिहा लफाफा जिन्हें 10 साल अकाली दल च एडवाइज़र रहा है, जिन्हें टिकट लैके उत्थों मंत्री बनया, जिन्हें पार्लीमेंट की टिकट ली उन्होंने तो, जिहड़ा हर गल ते मतलब उन्होंने ना वरतदा है। मतलब मैं ये भी सवाल किया भी ये दसे भी ਇਹਦੀ अकाली दल ਨੂੰ ਕੀ देना है। ਜਿਹੜੀ ਪਾਰਟੀ ਸਿੱਖ ਜਜ਼ਬਾਤਾਂ ਨੂੰ ਜਾਂ ਸਿੱਖਾਂ ਦੀ ਆਪਣੇ ਆਪ ਨੂੰ ਨੁਮਾਇੰਦਾ ਪਾਰਟੀ ਕਹਿੰਦੀ ਹੈ, ਉਹ ਪਾਰਟੀ 80 ਦੇ ਦਹਾਕਿਆਂ 'ਚ ਜਿਹੜਾ ਸਿੱਖ ਸੰਘਰਸ਼ ਚੱਲਿਆ, ਅਗਰ ਉਹਨੂੰ ਉਹ ਅੱਤਵਾਦ ਦੱਸੇ ਤੇ ਤੁਸੀਂ ਦੱਸੋ ਫਿਰ ਇਸੇ ਕਰਕੇ ਅਕਾਲੀ ਦਲ ਦੀ ਹੋਂਦ ਖਤਮ ਹੋ ਰਹੀ ਹੈ। ਜਿਨ੍ਹਾਂ ਨੂੰ ਇਹੀ ਕਨਸੈਪਟ 'ਚ ਕਲੈਰਿਟੀ ਨਹੀਂ ਹੈਗੀ, ਜਦੋਂ ਤਾਂ ਆਪ ਦੇ ਬੰਦਿਆਂ ਨੂੰ ਅਹੁਦੇਦਾਰ ਬਣਾਉਂਦੇ ਨੇ, ਟਿਕਟਾਂ ਦਿੰਦੇ ਨੇ, ਉਦੋਂ ਕਹਿੰਦੇ ਵੀ ਇਹਨੇ ਸਿੱਖ ਸੰਘਰਸ਼ 'ਚ ਬੜਾ ਵੱਡਾ ਯੋਗਦਾਨ ਪਾਇਆ। ਉਸੇ ਇਲਜ਼ਾਮ ਨੂੰ ਅਗਰ ਕਿਸੇ ਹੋਰ ਤੇ ਲੱਗਿਆ ਤੇ ਉਹਨੂੰ ਅੱਤਵਾਦੀ ਦੱਸ ਰਹੇ ਨੇ। ਜਿਵੇਂ ਕਹਿੰਦੇ ਆ ਨਾ, ਇੱਕ ਕਹਾਵਤ ਹੈ ਟੋਬੇ ਦਾ ਗਵਾ ਡੱਡੂ, ਵੀ ਉਹ ਹਾਲ ਹੈ ਸੱਦਿਆ ਕਿਹਨੂੰ ਵਿਕਰਮ ਨੂੰ, ਤੇ ਵਿਕਰਮ ਦੀ ਕ੍ਰੈਡੀਬਿਲਿਟੀ ਕੀ ਹੈ। ਵਿਕਰਮ ਨੂੰ ਸੱਦਣ ਦਾ ਕਾਰਨ ਇਹ ਮਹੇਸ਼ਿੰਦਰ ਗਿੱਲ ਨੇ ਸਟੇਜ ਤੋਂ ਕਿਹਾ ਵੀ ਮਜੀਠੀਆ ਸਾਹਿਬ ਵੀ ਮੈਂ ਤੁਹਾਨੂੰ ਤਾਂ ਸੱਦਿਆ ਵਾ, ਮੰਤਰੀ ਆਸ਼ੂ ਤੁਹਾਡੇ ਤੋਂ ਡਰਦਾ ਵਾ, ਤੁਹਾਡੇ ਕੋਲ ਦੀ ਲੰਘ ਵੀ ਤਾਂ ਕੰਨ ਖੁਰਕਣ ਲੱਗ ਜਾਂਦਾ। ਦੱਸੋ ਵਿਕਰਮ ਕੰਨ ਖੁਰਕਦਾ ਮੰਤਰੀ ਦੇ ਕੋਲ ਦੀ ਲੰਘੇ ਕਿ ਮੰਤਰੀ ਕੰਨ ਖੁਰਕਦਾ? ਇਹ ਜਰਾ ਇਸ ਚੀਜ਼ ਨੂੰ ਵੈਰੀਫਾਈ ਤਾਂ ਕਰੋ। ਤੇ ਇਹ ਖੜੇ ਕਿੱਥੇ ਨੇ? ਇਹ ਤਾਂ ਬਸ ਵਿਚਾਰੇ ਹੁਣ ਤਰਲੋ ਮੱਛੀ ਨੇ ਵੀ ਕਿਸੇ ਲੋਟ ਸਾਡੇ ਤੇ ਨਾ ਫੋਕਸ ਆ ਜੇ, ਸਾਨੂੰ ਮੀਡੀਆ ਅਟੈਂਸ਼ਨ ਮਿਲ ਜੇ। ਮਤਲਬ ਇਹਨਾਂ ਨੂੰ ਕਿਉਂਕਿ ਕਿਸੇ ਨੇ ਲਾਈਟਲੀ ਸਭ ਨੇ ਲੈਣਾ ਸੀ, ਕਦੀ ਕੋਈ ਸੀਰੀਅਸਨੈਸ ਤਾਂ ਹੈ ਹੀ ਨਹੀਂ ਨਾ ਗੱਲ 'ਚ। ਇੱਕ ਡੀਐਸਪੀ ਨੂੰ ਜਿਹੜਾ ਕਮਿਸ਼ਨਰ ਲਾ ਸਕਦਾ ਹੈ, ਇਹੋ ਜਿਹੇ ਲੀਡਰ ਭਾਈ, ਹੁਣ ਜੇ ਇਹੋ ਜਿਹੇ ਲੀਡਰ ਦੇ ਹੱਥ ਪੰਜਾਬ ਜਾਏ ਫਿਰ ਰੱਬ ਹੀ ਰੱਖਾ। ਸਾਰੇ ਹੀ ਦੇਸ਼ ਵਾਸੀਆਂ ਨੂੰ ਮੈਂ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਬਹੁਤ ਵਧਾਈ ਦੇਣਾ ਵਾਂ। ਮੈਂ ਸ਼੍ਰੀ ਗਿਆਨਸਥਲ ਮੰਦਿਰ ਦੀ ਪੂਰੀ ਟੀਮ ਵੱਲੋਂ, ਸ਼ਿਵ ਵੈਲਫੇਅਰ ਸੁਸਾਇਟੀ ਸਾਹਮਣੇ ਰੇਲਵੇ ਸਟੇਸ਼ਨ ਵੱਲੋਂ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਤੇ ਮਹਾਮਾਈ ਸਾਰਿਆਂ ਤੇ ਇਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ ਆਪਾਂ ਦੀਵਾਲੀ ਜਿਹੜੀ ਹੈ ਪ੍ਰਦੂਸ਼ਣ ਮੁਕਤ ਬਣਾ ਕੇ ਖੁਸ਼ੀਆਂ ਮਨਾਈਏ ਤੇ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀਆਂ ਕਲਾਂ 'ਚ ਰੱਖੇ। ਜੈ ਮਾਤਾ। ਪ੍ਰਾਈਮ ਮੁੱਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਪਿਛਲੇ ਹਫਤੇ ਅਕਾਲੀ ਦਲ ਵੱਲੋਂ ਲੁਧਿਆਣਾ ਵਿਖੇ ਵਿਕਰਮ ਮਜੀਠੀਆ ਦੀ ਅਗਵਾਈ ਹੇਠ ਮੰਤਰੀ ਆਸ਼ੂ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਸੋ ਧਰਨੇ ਦੇ ਵਿੱਚ ਰਾਸ਼ਨ ਘੁਟਾਲੇ ਦੀ ਗੱਲ ਕੀਤੀ ਗਈ ਸੀ ਤੇ ਕਾਲੇ ਦੌਰ ਦੀ ਗੱਲ ਕੀਤੀ ਸੀ। ਸੋ ਉਸ ਦੇ ਜਵਾਬ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਈਸ਼ਵਰਜੋਤ ਚੀਮਾ ਨੇ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕਰਕੇ ਮਹੇਸ਼ਿੰਦਰ ਗਰੇਵਾਲ ਤੇ ਅਕਾਲੀ ਲੀਡਰਸ਼ਿਪ ਦੀ ਜਿਹੜੀ ਕਾਬਲੀਅਤ ਆ ਉਹ 'ਤੇ ਸਵਾਲ ਚੱਕੇ ਨੇ। ਸੋ ਈਸ਼ਵਰਜੋਤ ਚੀਮਾ ਸਾਡੇ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਕੀ ਕਹਿਣਾ ਸਾਰੇ ਮਾਮਲੇ ਤੇ। ਜਿਹੜਾ ਧਰਨਾ ਸੀਗਾ ਉਹ ਧਰਨਾ ਕਿਉਂ ਲਗਾਇਆ ਗਿਆ ਅਕਾਲੀ ਦਲ ਵੱਲੋਂ, ਜਿਹੜੇ ਦੋਸ਼ ਨੇ ਉਹ ਦੋਸ਼ਾਂ ਵਿੱਚ ਕਿੰਨੀ ਕੁ ਸੱਚਾਈ ਹੈਗੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਧੁੰਨਾ ਜੀ। ਚੀਮਾ ਜੀ, ਧਰਨਾ ਤਾਂ ਅਕਾਲੀ ਦਲ ਨੇ ਲਗਾਇਆ ਜੀ, ਤੁਹਾਡਾ ਸਾਰਾ ਜਿਹੜਾ ਕੰਸੀਡਰ ਸੀਗਾ ਮਹੇਸ਼ਿੰਦਰ ਗਰੇਵਾਲ ਤੇ ਹੀ ਕਿਉਂ ਰਿਹਾ ਜੀ ਕੱਲ ਦਾ ਵੀਡੀਓ ਦੇ ਵਿੱਚ? ਤੁਸੀਂ ਸਾਰਾ ਧਰਨਾ ਦੇਖਿਆ ਹੋਊਗਾ, ਜਿੰਨਾ ਕੁ ਉਹਨਾਂ ਦੀ ਲੀਡਰਸ਼ਿਪ 'ਚ ਲੋਕਲ 'ਚ ਉਤਸ਼ਾਹ ਸੀ ਤੁਸੀਂ ਉਹ ਵੀ ਦੇਖਿਆ ਹੋਊ। ਅੱਧੇ ਤੋਂ ਜ਼ਿਆਦਾ ਲੀਡਰਸ਼ਿਪ ਤਾਂ ਆਈ ਨਹੀਂ, ਜਿਹੜੇ ਆਏ ਵੀ ਉਹਦੇ 'ਚ ਤੁਸੀਂ ਦੇਖ ਲਿਆ ਵੀ ਇਕੱਲੇ ਮਹੇਸ਼ਿੰਦਰ ਉਹਨਾਂ ਨੂੰ ਚਾਹ ਸੀ ਵੀ ਬੱਗਾ ਜੀ ਤੁਸੀਂ ਹੱਥ ਕੋਈ ਨਹੀਂ ਦੇਖਦਾ, ਬੇਦੀ ਜੀ ਤੁਸੀਂ ਇਲੈਕਸ਼ਨ ਲੜਨ ਚਾਹਵਾਨ ਹੋ, ਤੁਸੀਂ ਕਦੀ ਵਿਜੇ ਦਾਨਵ ਨੂੰ ਵੀ ਸਾਡੀ ਬੇਟੀ ਦਾ ਕੱਲਾ ਇੱਕ ਉਹ ਹੈ, ਇੱਕ ਫਰਸਟ੍ਰੇਟਡ ਬੰਦਾ, ਕਿਉਂਕਿ ਉਹ ਕਿਤੇ ਨਾ ਕਿਤੇ ਮਤਲਬ ਆਪਣੀ ਜਿਵੇਂ ਚਾਹੁੰਦਾ ਵੀ ਮੈਂ ਇਲੈਕਸ਼ਨ ਲੜ ਲਾਂ ਵੈਸਟ 'ਚੋਂ, ਉਹ ਕਿਤੇ ਨਾ ਕਿਤੇ ਉਹ ਆਪਣੀ ਕੈਂਪੇਨ ਦੀ ਉਹਨੇ ਸਟਾਰਟਿੰਗ ਕੀਤੀ ਹੈ ਬਾਕੀਆਂ ਦੇ ਮੋਢਿਆਂ 'ਤੇ ਰੱਖ ਕੇ। ਤੇ ਚਲੋ ਉਹ ਤਾਂ ਠੀਕ ਹੈ, ਤੁਸੀਂ ਗੱਲ ਕੀਤੀ ਆ
ਬੱਗਾ ਜੀ ਦੀ ਗੱਲ ਕੀਤੀ ਹੈ, ਵਿਜੇ ਦਾਨਵ ਦੀ ਗੱਲ ਕੀਤੀ ਹੈ ਜਾਂ ਹੋਰ ਆਗੂਆਂ ਦੀ ਗੱਲ ਕੀਤੀ ਹੈ, ਪਰ ਮੇਰਾ ਸਵਾਲ ਤਾਂ ਇਹ ਸੀ ਵੀ ਤੁਹਾਡਾ ਸਾਰਾ ਜਿਹੜਾ ਕੇਂਦਰੀ ਤਾਂ ਤੁਸੀਂ ਉਹ 'ਤੇ ਕਿਉਂ, ਉਹਨਾਂ 'ਤੇ ਹੀ ਕਿਉਂ ਕੀਤਾ, ਮਹੇਸ਼ਿੰਦਰ ਗਰੇਵਾਲ 'ਤੇ ਕੱਲ੍ਹ ਦੀ ਜਿਹੜੀ ਵੀਡੀਓ ਸੀਗੀ? ਨਹੀਂ, ਹੋਰ ਕਿਸੇ ਦਾ ਕੋਈ ਉਹਦੇ 'ਚ ਲੰਬਾ ਚੌੜਾ ਰੋਲ ਹੈ ਹੀ ਨਹੀਂ ਸੀ। ਤੁਸੀਂ ਦੇਖ ਲਓ, ਕੋਈ ਬੋਲਣ ਵਾਲੇ ਵੀ ਕੋਈ ਦੇਖੋ, ਹੁਣ ਬਾਕੀ ਤਾਂ ਦਿਹਾਤ 'ਚੋਂ ਸੀ। ਹੁਣ ਜੇ ਮਨਪ੍ਰੀਤ ਵਾਲੀ ਵਰਗਾ ਕੋਈ ਬੋਲੇ, ਉਹਦਾ ਕੋਈ ਸ਼ਹਿਰ ਨਾਲ ਰੈਲੇਵੈਂਟ ਹੈ ਨਹੀਂਗਾ। ਕੋਈ ਮਤਲਬ ਹੋਰ ਸ਼ਹਿਰ 'ਚੋਂ ਜੇ ਕੋਈ ਬੋਲਿਆ ਵੀ ਆ ਮਾੜਾ ਮੋਟਾ ਜ਼ਿਆਦਾ, ਲੈ ਕਦੀ ਚੁੰਡੀ ਵੱਢ ਕੇ, ਜਿਵੇਂ ਵਿਜੇ ਦਾਨਵ, ਲਾਲ ਡੈਰੀ ਜੀ ਫਲਾਨਾ, ਪਹਿਲੇ ਉਹਨੂੰ ਨੀਵਾਂ ਦਿਖਾਇਆ, ਵਿਜੇ ਦਾਨਵ ਨੂੰ ਜ਼ਲੀਲ ਕੀਤਾ, ਜ਼ਲੀਲ ਕਰਕੇ ਉਹਨੂੰ ਮਾਈਕ ਫੜਾਤਾ ਬਈ ਬੋਲ। ਜਲੀਲ ਕਿਸ ਤਰ੍ਹਾਂ ਕੀਤਾ ਗਿਆ ਜੀ? ਜਲੀਲ ਵੀ ਇਹਦੀ ਬੇਟੀ ਨਾਲ ਫੋਟੋਆਂ, ਮਤਲਬ ਉਹ ਬੱਚਿਆਂ ਨੇ ਸੱਦਿਆ ਫੰਕਸ਼ਨ ਤੇ ਜਾ ਕੇ, ਫੋਟੋਆਂ ਵਾਇਰਲ। ਫੰਕਸ਼ਨ ਤੇ ਉਹਨਾਂ ਨੇ ਸੱਦਿਆ, ਸ਼ਾਇਦ ਤੁਹਾਨੂੰ ਨਾ ਪਤਾ ਹੋਏ, ਫੰਕਸ਼ਨ ਉਹਨਾਂ ਦੇ ਬੇਟੀ ਤੇ ਜਵਾਈ ਨੇ ਇੱਕ ਪ੍ਰੋਗਰਾਮ ਕੀਤਾ, ਕੋਈ ਮੁਹੂਰਤ ਸੀਗਾ ਉਹਨਾਂ ਦੇ ਆਪ ਦੇ ਆਫਿਸ ਦਾ। ਉੱਥੇ ਉਹਨਾਂ ਨੇ ਆ ਕੇ ਸਾਰਿਆਂ ਨੇ ਪਰਸਨਲੀ, ਇਹਨਾਂ ਸਾਰੀ ਫੈਮਿਲੀ ਨੇ ਜਾ ਕੇ ਇਨਵਾਈਟ ਕੀਤਾ ਮੰਤਰੀ ਸਾਹਿਬ ਨੂੰ, ਮੰਤਰੀ ਸਾਹਿਬ ਦੇ ਵਾਈਫ ਨੂੰ। ਜਿੱਦਾਂ ਜਾਣ ਲੱਗੇ ਉਦੋਂ ਸਬੱਬੀ ਮੈਂ ਵੀ ਉੱਥੇ ਸੀਗਾ। ਚਲੋ ਚਲੇ ਗਏ ਸਾਰੇ ਉੱਥੇ। ਜਦੋਂ ਚਲੇ ਗਏ, ਆਸ਼ੂ ਜੀ ਤਾਂ ਨਹੀਂ ਸੀਗੇ, ਮਿਸਿਸ ਆਸ਼ੂ ਸੀਗੇ, ਬਲਕਾਰ ਮੇਰ ਸਿੰਘ ਸੀਗੇ, ਬਲਕਾਰ ਸਿੰਘ ਹੋਣੀ। ਜਦੋਂ ਉੱਥੇ ਗਏ, ਉਹਨਾਂ ਨੇ ਫੋਟੋਆਂ ਪਾਈਆਂ। ਹੁਣ ਸਾਰੀਆਂ ਫੋਟੋਆਂ 'ਚੋਂ ਜਿਹਦੇ 'ਚ ਮਿਸਿਸ ਮਮਤਾ ਆਸ਼ੂ ਨੇ ਤੇ ਬਲਕਾਰ ਸਿੰਘ ਹੋਣੀ ਨੇ ਅਸੀਂ ਸੀ, ਉਹ ਫੋਟੋਆਂ ਵਾਇਰਲ ਹੋ ਗਈਆਂ ਤੇ ਹੁਣ ਉਹ ਵੀ ਇਹਨਾਂ ਨੂੰ ਚੁਭੀਆਂ ਨੇ। ਹੁਣ ਜੇ ਲੋਕ ਜਿਹਨੂੰ ਪਸੰਦ ਕਰਦੇ ਆ, 30 ਫੋਟੋਆਂ ਦੇ 30 'ਚੋਂ ਕਦੀ ਇੱਕ ਦੋ ਫੋਟੋਆਂ ਜਿਹਦੇ 'ਚ ਮੇਨ ਹੁੰਦੇ ਆ, VIP ਹੁੰਦੇ ਆ, ਹਮੇਸ਼ਾ ਹਿੱਟ ਹੁੰਦੀ ਆ। ਹੁਣ ਜੇ ਇਹਨਾਂ ਦੀਆਂ ਫੋਟੋਆਂ ਕੋਈ ਨਹੀਂ ਪਸੰਦ ਕਰਦਾ ਤੇ ਇਹਦੇ 'ਚ ਕਿਸੇ ਦਾ ਕਸੂਰ ਕੀ ਆ? ਚਲੋ ਭਾਵੇਂ ਮਹੇਸ਼ਿੰਦਰ ਗਰੇਵਾਲ ਨੇ ਉੱਥੇ ਆਪਣੀ, ਮੈਂ ਕਹਿ ਸਕਦਾ ਤੁਹਾਡੇ ਕਹਿਣ ਮੁਤਾਬਕ, ਲੀਡਰੀ ਚਮਕਾਈ ਆ, ਇਲੈਕਸ਼ਨ ਲੜਨ ਦੀ ਜਿਹੜੀ ਚਾਹ ਉਹਨਾਂ ਦੇ ਅੰਦਰ ਹੈਗੀ ਆ, ਉਹਨੂੰ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਸਾਰਾ ਇਹ ਕੀਤਾ ਸਿਸਟਮ। ਪਰ ਜਿਹੜੇ ਦੋਸ਼ ਉਹ ਲਗਾ ਰਹੇ ਨੇ, ਭਾਵੇਂ ਉਹ ਕਮਿਊਨਿਟੀ ਸੈਂਟਰ ਦੀ ਗੱਲ ਕੀਤੀ ਜਾਵੇ, ਰਾਸ਼ਨ ਘੁਟਾਲੇ ਦੀ ਗੱਲ ਕੀਤੀ ਜਾਵੇ ਜਾਂ ਕਾਲੇ ਦੌਰ ਦੀ ਗੱਲ ਕੀਤੀ ਜਾਵੇ, ਉਹਨਾਂ ਦੋਸ਼ਾਂ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ, ਮੈਂ ਤੁਹਾਡੇ ਤਿੰਨਾਂ ਗੱਲਾਂ ਜਵਾਬ ਦਿੰਦਾ। ਜਿੱਥੇ ਕਮਿਊਨਿਟੀ ਸੈਂਟਰ ਦੀ ਗੱਲ ਹੈ, ਕਮਿਊਨਿਟੀ ਸੈਂਟਰ ਨੂੰ ਮਾਡਲ ਗ੍ਰਾਮ ਜਿਹੜੀ ਸੁਸਾਇਟੀ ਹੈ ਉਹ ਲੁੱਕ ਆਫਟਰ ਕਰਦੀ ਹੈ। ਤੁਸੀਂ ਵੀ ਉੱਥੇ ਜਾ ਕੇ ਦੇਖਿਆ, ਉੱਥੇ ਵਿਆਹ ਸ਼ਾਦੀਆਂ ਭੋਗ ਸਾਰਾ ਕੁਝ ਉੱਥੇ ਹੁੰਦੇ ਨੇ। ਇਹਨੇ ਤਾਂ ਇਹ ਵੀ ਕਹਿਤਾ ਵੀ ਦੁਕਾਨਾਂ ਦਾ ਕਿਰਾਇਆ ਆਸ਼ੂ ਲੈਂਦਾ, ਵੀ ਹੁਣ ਦੁਕਾਨਾਂ ਦਾ ਕਿਰਾਇਆ ਹੁਣ ਆਸ਼ੂ ਲੈ ਰਿਹਾ ਕਿਤੇ। ਠੀਕ ਹੈ। ਦੂਜੀ ਚੀਜ਼, ਹੁਣ ਇਹਨੂੰ ਕਿਉਂ ਟਾਰਗੇਟ ਕੀਤਾ? ਜਦੋਂ ਕੋਈ ਬੰਦਾ ਕਿਸੇ ਤੇ ਇਲਜ਼ਾਮ ਲਾਉਂਦਾ, ਪਹਿਲੇ ਉਹ ਆਪ ਦਾਮਨ ਉਹਦਾ ਸਾਫ਼ ਚਾਹੀਦਾ ਉਸ ਗੱਲ ਨੂੰ ਲੈ ਕੇ। ਤੇ ਤੁਸੀਂ ਜਾ ਕੇ ਦੇਖੋ, ਘਰ ਦੇ ਪਿੱਛੇ ਇਹਨਾਂ ਨੇ ਪਾਰਕ ਦੱਬਿਆ ਹੋਇਆ ਹੈ, ਮਤਲਬ ਉਸ ਪਾਰਕ ਦੇ ਕਿਸੇ ਨੂੰ ਅੰਦਰ ਵੀ ਨਹੀਂ ਵੜਨ ਦਿੰਦੇ। ਤੇ ਜੇ ਅੱਜ ਉੱਥੇ ਜਾ ਕੇ, ਹੁਣ ਮੈਂ ਹੀ ਮੰਨ ਲਓ ਸ਼ੁਰੂ ਕਰਾਂ, ਠੀਕ ਹੈ, ਤੇ ਹੁਣੇ ਸੀਨੀਅਰ ਲੀਡਰਾਂ ਦੇ ਜਾ ਕੇ ਇਹਨੇ ਪੈਰਾਂ 'ਚ ਬਹਿ ਜਾਣਾ, ਉਹਨਾਂ ਨੇ ਉੱਥੋਂ ਰਿਕੁਐਸਟ ਕਰਨ ਲੱਗ ਜਾਣਾ ਵੀ ਨਾ ਕਰੋ ਜੀ, ਮਰਜ਼ੀ ਛੱਡ ਦਿਓ। ਫਿਰ ਜਾ ਕੇ ਸਾਰੀ ਲੀਡਰਸ਼ਿਪ ਤੋਂ, ਸਾਡੀ ਤੋਂ ਮਦਦ ਵੀ ਲੈਣੀ ਹੈ, ਉੱਥੇ ਮਿਹਨਤ ਵੀ ਕਰਨੀ ਹੈ, ਤੇ ਇੱਥੇ ਆ ਕੇ ਸੱਚੇ ਵੀ ਹੋਣਾ। ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਨਾ ਹੋ ਸਕਦੀਆਂ। ਜਾਂ ਤਾਂ ਤੁਸੀਂ ਤਿੜਕੇ ਰਹੋ, ਤਿੜਕੇ ਰਹਿਣ ਜੋਗੇ ਹੈ ਨਹੀਂ, ਤੇ ਆਪਣੇ ਆਪ ਨੂੰ ਫੈਂਟਮ ਦੱਸਣਾ ਵੀ ਹੈ, ਇਹ ਤਾਂ ਨਹੀਂ ਨਾ ਚੱਲਣਾ। ਦੂਜੀ ਚੀਜ਼ ਤਾਂ ਤੁਸੀਂ ਲਾ ਲਓ, ਜਿਹੜੀ ਇਹਨਾਂ ਨੇ ਕਾਲੇ ਦੌਰ ਵਾਲੀ ਗੱਲਾਂ ਦੇ ਉੱਤੇ ਇਲਜ਼ਾਮ ਲਾਇਆ ਉਹਨਾਂ 'ਤੇ ਪਰਚੇ ਦਾ, ਮੈਂ ਇਹ ਸਵਾਲ ਕੀਤਾ, ਪਰਚਾ ਕੀ ਹੋਇਆ, ਕਿਵੇਂ ਹੋਇਆ, ਮੈਂ ਉਹਨਾਂ ਹਾਲਾਤਾਂ 'ਚ ਨਹੀਂ ਜਾਂਦਾ। ਪਰ ਕੀ ਜਿਹੜੀ ਪਾਰਟੀ ਸਿੱਖ ਜਜ਼ਬਾਤਾਂ ਨੂੰ ਜਾਂ ਸਿੱਖਾਂ ਦੀ ਆਪਣੇ ਆਪ ਨੂੰ ਨੁਮਾਇੰਦਾ ਪਾਰਟੀ ਕਹਿੰਦੀ ਹੈ, ਉਹ ਪਾਰਟੀ 80 ਦੇ ਦਹਾਕਿਆਂ 'ਚ ਜਿਹੜਾ ਸਿੱਖ ਸੰਘਰਸ਼ ਚੱਲਿਆ, ਅਗਰ ਉਹਨੂੰ ਉਹ ਅੱਤਵਾਦ ਦੱਸੇ ਤੇ ਤੁਸੀਂ ਦੱਸੋ, ਫਿਰ ਇਸੇ ਕਰਕੇ ਅਕਾਲੀ ਦਲ ਦੀ ਹੋਂਦ ਖਤਮ ਹੋ ਰਹੀ ਹੈ। ਜਿਨ੍ਹਾਂ ਨੂੰ ਇਹੀ ਕਨਸੈਪਟ 'ਚ ਕਲੈਰਿਟੀ ਨਹੀਂ ਹੈਗੀ, ਜਦੋਂ ਤਾਂ ਆਪ ਦੇ ਬੰਦਿਆਂ ਨੂੰ ਅਹੁਦੇਦਾਰ ਬਣਾਉਂਦੇ ਨੇ, ਟਿਕਟਾਂ ਦਿੰਦੇ ਨੇ, ਉਦੋਂ ਕਹਿੰਦੇ ਵੀ ਇਹਨੇ ਸਿੱਖ ਸੰਘਰਸ਼ 'ਚ ਬੜਾ ਵੱਡਾ ਯੋਗਦਾਨ ਪਾਇਆ। ਉਸੇ ਇਲਜ਼ਾਮ ਨੂੰ ਅਗਰ ਕਿਸੇ ਹੋਰ ਤੇ ਲੱਗਿਆ ਤੇ ਉਹਨੂੰ ਅੱਤਵਾਦੀ ਦੱਸ ਰਹੇ ਨੇ, ਫਿਰ ਦੋਹਰਾ ਮਾਪਦੰਡ ਨਹੀਂ ਹੋਇਆ? ਮੈਨੂੰ ਦੱਸੋ ਨਾ। ਠੀਕ ਹੈ ਜੀ। ਤੀਜੀ ਗੱਲ ਤੁਸੀਂ ਕਹੀ ਸੀ ਰਾਸ਼ਨ ਵਾਲੀ, ਜਿੱਥੇ ਰਾਸ਼ਨ ਵਾਲੀ ਗੱਲ ਹੈ, ਰਾਸ਼ਨ ਵਾਲੀ ਗੱਲ ਕਿਤੇ ਨਾ ਕਿਤੇ ਮੋਨੀਟਰਿੰਗ ਜ਼ਰੂਰ ਡਿਪਾਰਟਮੈਂਟ ਦੀ ਰਹੀ ਹੈ, ਪਰ ਜਿਹੜੀ ਰਾਸ਼ਨ ਦੀ ਡਿਸਟ੍ਰੀਬਿਊਸ਼ਨ ਰਹੀ ਹੈ ਉਹ ਸਾਰੀ ਥਾਵਾਂ ਤੇ ਥਰੂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਐਂਡ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਲਾ ਕੇ ਅੱਡ-ਅੱਡ ਸਾਰੇ ਮਹਿਕਮਿਆਂ ਨੂੰ ਨਾਲ ਇਨਵੋਲਵ ਕਰਕੇ ਫਿਰ ਵੰਡਿਆ ਗਿਆ। ਤੇ ਉਹਦੇ 'ਚ ਇਕੱਲੇ ਇੱਕ ਮੰਤਰੀ ਦਾ ਕਿਵੇਂ ਹੋ ਗਿਆ? ਤੁਸੀਂ ਦੱਸੋ ਨਾ, ਜਿਹਦੇ 'ਚ ਸਾਰੇ ਮਹਿਕਮੇ ਇਨਵੋਲਵਡ ਨੇ, ਉਹਦੇ 'ਚ ਤੁਸੀਂ ਇੱਕ ਮੰਤਰੀ ਨੂੰ ਕਿਵੇਂ ਟਾਰਗੇਟ ਕਰ ਲਓਗੇ? ਉੱਥੇ ਗੱਲ ਰਾਸ਼ਨ ਦੇ ਨਾਲ ਇੱਕ ਜਿਹੜਾ ਝੋਨਾ ਆਉਂਦਾ ਵਾ ਸਾਡੇ ਇੱਥੇ ਪੰਜਾਬ ਦੇ ਵਿੱਚ ਆਉਂਦਾ ਵਾ, ਇੱਕ ਤੁਹਾਡਾ ਸੀਨੀਅਰ ਅਫਸਰ ਆ, ਉਹਦੀ ਚੈਟ ਵਾਇਰਲ ਹੁੰਦੀ ਹੈ ਜਿਹੜੀ DSP ਸਿੱਖ ਵੱਲੋਂ ਕੀਤੀ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਉਹ ਸਾਰਾ ਮਾਮਲਾ, ਜਿਹੜੇ ਉੱਥੇ ਪੋਸਟਰ ਵਗੈਰਾ ਲਗਾਏ ਗਏ ਸੀ, ਉਹ ਸਾਰੀ ਚੈਟ ਦੇ ਜਿਹੜੇ ਪ੍ਰਿੰਟ ਆਊਟ ਲਗਾਏ ਗਏ ਸੀ ਉੱਥੇ ਸਾਰੇ। ਦੇਖੋ, ਜਿਹੜੇ ਜਿੱਥੇ ਤੱਕ ਝੋਨਾ ਆਉਣ ਦੀ ਬਾਹਰੋਂ ਗੱਲ ਹੈ,
ਉਹ ਹਮੇਸ਼ਾ ਜਦੋਂ ਕੋਈ ਚੀਜ਼ ਬਾਹਰ ਰੇਟ ਘੱਟ ਹੈ ਇੱਥੇ ਜ਼ਿਆਦਾ ਹੈ ਕੰਟਰੋਲ ਰੇਟ ਹੈ ਤੇ ਹਮੇਸ਼ਾ ਹੋਊਗੀ। ਉਹਨੂੰ ਰੋਕਣ ਲਈ ਜਿੰਨੇ ਐਤਕੀ ਪਰਚੇ ਹੋਏ ਨੇ, ਜਿੰਨੀ ਸਖਤੀ ਕੀਤੀ ਹੈ ਮੰਤਰੀ ਨੇ, ਜੇ ਸਖਤੀ ਕੀਤੀ ਹੈ ਤੇ ਉਹ ਚੀਜ਼ ਲੋਕਾਂ ਦੇ ਨੋਟਿਸ 'ਚ ਆਈ ਹੈ। ਜੇ ਅਗਰ ਮੰਤਰੀ ਵੀ ਅੱਗੇ ਮੰਗਣ ਐਂ ਚੱਲੀ ਜਾਣ ਦਿੰਦਾ ਜਿਵੇਂ ਇਹਨਾਂ ਨੇ 10 ਸਾਲ ਚਲਾਇਆ, ਠੀਕ ਹੈ ਨਾ। ਮੰਤਰੀ ਹੁਣੀ ਤਾਂ 3 ਸਾਲ ਤੋਂ ਇਸ ਗੱਲ ਦੇ ਮਗਰ ਲੱਗੇ ਹੋਏ ਨੇ। ਤੁਸੀਂ ਆ ਚੱਕ ਕੇ ਦੇਖ ਲਓ ਕਿਵੇਂ FIR ਹੋਈਆਂ ਨੇ ਹਰ ਵਾਰ, ਬਈ ਹਰ ਵਾਰ ਉਸ ਚੀਜ਼ ਨੂੰ ਕੰਟਰੋਲ ਕੀਤਾ ਜਾ ਰਿਹਾ। ਅੱਜ ਵੀ ਰੀਸੈਂਟਲੀ ਮੈਂ ਪੜ੍ਹ ਰਿਹਾ ਸੀ ਸਵੇਰੇ ਵੀ ਕੋਈ ਕੰਨੇ ਕਿ ਕਿੱਥੇ FIR ਕੀਤੀ ਹੈ, ਕਿਤੇ ਗੋਦਾਮ ਤੋਂ ਫੜ ਕੇ ਮਾਲ। ਸੋ ਇਸ ਕਰਕੇ ਇਹਨਾਂ ਨੂੰ ਕਿਤੇ ਨਾ ਕਿਤੇ ਦੇਖੋ, ਭਾਰਤ ਭੂਸ਼ਣ ਆਸ਼ੂ ਇੱਕ ਬ੍ਰਾਂਡ ਹੈ। ਉਹ ਇੱਕ ਜਿਵੇਂ ਹੁੰਦਾ ਸੈਲਫ ਮੇਡ ਬੰਦਾ ਹੈ। ਇਹਨਾਂ ਮੰਗਣ ਜਿਵੇਂ ਮਤਲਬ ਮੈਂ ਇਹ ਗੱਲ ਕਹੀ ਸੀ ਵੀ ਕੋਈ ਬੰਦਾ ਜਿਹੜਾ ਇਲਜ਼ਾਮ ਲਾਉਣ ਵਾਲਾ ਅਗਰ ਚੰਗਾ ਹੋਏ ਨਾ, ਤਾਂ ਤੁਸੀਂ ਉਹਦਾ ਦਿਲ ਵੀ ਕਰਦਾ ਵੀ ਨਹੀਂ ਯਾਰ ਇਹਨੇ ਕਹੀ ਇਹ ਗੱਲ, ਇਹਦਾ ਮੈਂ ਜਵਾਬ ਦਿਆਂ। ਪਰ ਇਹੋ ਜਿਹਾ ਲਿਫਾਫਾ ਜਿਹਨੇ 10 ਸਾਲ ਅਕਾਲੀ ਦਲ 'ਚ ਐਡਵਾਈਜ਼ਰ ਰਿਹਾ, ਜਿਹਨੇ ਟਿਕਟ ਲੈ ਕੇ ਉੱਥੋਂ ਮੰਤਰੀ ਬਣਿਆ, ਜਿਹਨੇ ਪਾਰਲੀਮੈਂਟ ਦੀ ਟਿਕਟ ਲਈ ਉਹਨਾਂ ਤੋਂ, ਜਿਹੜਾ ਹਰ ਗੱਲ 'ਤੇ ਮਤਲਬ ਉਹਨਾਂ ਨਾਂ ਵਰਤਦਾ। ਮਤਲਬ ਮੈਂ ਇਹ ਵੀ ਸਵਾਲ ਕੀਤਾ ਵੀ ਇਹ ਦੱਸੇ ਵੀ ਇਹਦੀ ਅਕਾਲੀ ਦਲ ਨੂੰ ਕੀ ਦੇਣ ਹੈ। ਇਹਦੀ ਆਪ ਦੀ ਤਾਂ ਦੇਣ ਕਿਹੜਾ ਇਹਨੇ ਅੱਜ ਤੱਕ ਸੰਘਰਸ਼ ਇਹਨੇ ਕੀਤਾ ਸਿਵਾਏ ਚੁਗਲੀਆਂ ਤੋਂ। ਇਹਦੀ ਕੋਈ ਦੇਣ ਨਹੀਂ। ਇਹ ਬੰਦਾ ਹੀ ਬੇਸਿਕਲੀ ਉਹੀ ਇਹਨੂੰ ਆਦਤ ਹੈ ਉੱਚੀ ਬੋਲ ਕੇ ਹਰੇਕ ਨੂੰ ਫੁਰ ਕਰਨ ਦੀ, ਤੇ ਕੁਛ ਨਹੀਂ ਹੈਗਾ। ਬੇਸਿਕਲੀ ਇੱਕ ਜਿਵੇਂ ਆਪਾਂ ਪੰਜਾਬੀ 'ਚ ਲਿਫਾਫਾ ਕਹਿ ਲੈਂਦੇ ਆ, ਉਹ ਬਿਲਕੁਲ ਇੱਥੇ ਫਿੱਟ ਨਹੀਂ ਹੁੰਦਾ। ਚੀਮਾ ਜੀ, ਜਿਵੇਂ ਉੱਥੇ ਦੋਸ਼ ਲੱਗ ਰਹੇ ਸੀ ਵੀ ਮੰਤਰੀ ਆਸ਼ੂ ਪਿਛਲੀ ਸਰਕਾਰ ਵੇਲੇ ਚੋਰ ਮੋਰੀ ਰਾਹੀਂ ਜਾ ਕੇ ਅਕਾਲੀ ਦੇ ਸੀਨੀਅਰ ਲੀਡਰਾਂ ਨੂੰ ਜਾ ਕੇ ਫਤਿਹ ਬੁਲਾਉਂਦੇ ਸੀ। ਸੋ ਉੱਥੇ ਇੱਕ ਚਰਚਾ ਇਹ ਵੀ ਸੀ ਵੀ ਜਿਹੜੇ ਉੱਥੇ ਮੰਤਰੀ ਦੇ ਖਿਲਾਫ ਬੋਲ ਰਹੇ ਸੀ ਆਗੂ, ਉਹ ਵੀ ਹੁਣ ਮੌਜੂਦਾ ਸਰਕਾਰ ਦੇ ਵਿੱਚ ਅਕਾਲੀ ਆਗੂ ਚੋਰ ਮੋਰੀ ਰਾਹੀਂ ਜਾ ਕੇ ਮੰਤਰੀ ਦੇ ਕੋਲ ਜਾ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਆਉਂਦੇ। ਇਹ 'ਚ ਕਿੰਨੀ ਕੁ ਸੱਚਾਈ ਹੈ? ਦੇਖੋ, ਉਹਨੂੰ ਤਾਂ ਮਤਲਬ ਹਾਸੋਹੀਣੀ ਗੱਲ ਹੈ। ਕਿਉਂ ਆਸ਼ੂ ਜਾਊਗਾ? ਆਸ਼ੂ ਤੇ ਅੱਜ ਤੱਕ ਕਦੀ ਕੋਈ ਇਲਜ਼ਾਮ, ਕਦੀ ਕੋਈ ਉਹਦੇ ਤੇ ਪ੍ਰੋਬਲਮ ਆਈ ਨਹੀਂ, ਠੀਕ ਹੈ। ਕਦੀ ਉਹਨੇ ਕੋਈ ਇਹੋ ਜਿਹੀ ਪੋਸਟ ਤੇ ਰਿਹਾ ਹੀ ਨਹੀਂ ਜਿੱਥੇ ਇਹ ਪ੍ਰੋਬਲਮ ਹੋਏ। ਦੂਜੀ ਗੱਲ, ਜੋ ਕੰਮ ਇਹ ਆਪ ਕਰਦੇ ਨੇ, ਇਹਨਾਂ ਨੂੰ ਇਹ ਵਹਿਮ ਹੈ ਵੀ ਉਹੀ ਕੰਮ ਸਾਰਿਆਂ ਤੇ, ਠੀਕ ਹੈ। ਨਾਲੇ ਮਤਲਬ ਤੁਸੀਂ ਦੱਸੋ ਨਾ, ਜਿਹੜੇ ਬੰਦੇ ਆਏ ਨੇ ਬਿਕਰਮ ਮਜੀਠੀਆ ਨੂੰ ਆਪਣੀ ਗਵਾਹੀ ਦੇਣ ਨੂੰ, ਗਰੇਵਾਲ ਸਾਹਿਬ ਨੇ ਸੱਦਿਆ ਕਿਹਨੂੰ? ਜਿਵੇਂ ਕਹਿੰਦੇ ਆ ਨਾ, ਇੱਕ ਕਹਾਵਤ ਹੈ ਟੋਬੇ ਦਾ ਗਵਾਹ ਡੱਡੂ, ਵੀ ਉਹ ਹਾਲ ਹੈ। ਸੱਦਿਆ ਕਿਹਨੂੰ? ਬਿਕਰਮ ਨੂੰ। ਤੇ ਵਿਕਰਮ ਦੀ ਕ੍ਰੈਡੀਬਿਲਿਟੀ ਕੀ ਹੈ? ਵਿਕਰਮ ਨੂੰ ਸੱਦਣ ਦਾ ਕਾਰਨ ਇਹ ਮਹੇਸ਼ਿੰਦਰ ਗਿੱਲ ਨੇ ਸਟੇਜ ਤੋਂ ਕਿਹਾ ਵੀ ਮਜੀਠੀਆ ਸਾਹਿਬ ਵੀ ਮੈਂ ਤੁਹਾਨੂੰ ਤਾਂ ਸੱਦਿਆ ਵਾ, ਮੰਤਰੀ ਆਸ਼ੂ ਤੁਹਾਡੇ ਤੋਂ ਡਰਦਾ ਵਾ, ਤੁਹਾਡੇ ਕੋਲ ਦੀ ਲੰਘ ਤਾਂ ਕੰਨ ਖੁਰਕਣ ਲੱਗ ਜਾਂਦਾ ਉਹ। ਦੱਸੋ, ਵਿਕਰਮ ਕੰਨ ਖੁਰਕਦਾ ਮੰਤਰੀ ਦੇ ਕੋਲ ਦੀ ਲੰਘੇ ਕਿ ਮੰਤਰੀ ਕੰਨ ਖੁਰਕਦਾ? ਇਹ ਜਰਾ ਇਸ ਚੀਜ਼ ਨੂੰ ਵੈਰੀਫਾਈ ਤਾਂ ਕਰੋ। ਸੋ ਇੱਕ ਬਲਵਿੰਦਰ ਸੇਖੋਂ ਜਿਹੜੇ DSP ਮੁਅੱਤਲ ਕੀਤੇ ਗਏ ਨੇ, ਉਹਨਾਂ ਦੀ ਚਰਚਾ ਬਾਰ-ਬਾਰ ਹੋ ਰਹੀ ਹੈ ਵੀ ਉਹਨਾਂ ਨੇ ਸਟਾਰਟ ਕੀਤਾ ਸੀਗਾ ਸਾਰਾ ਇਹ ਮੰਤਰੀ ਆਸ਼ੂ ਖਿਲਾਫ, ਜਿਹਨੂੰ ਅੱਜ ਅਕਾਲੀ ਦਲ ਨੇ ਆਪਣਾ ਮੁੱਦਾ ਬਣਾ ਲਿਆ ਵਾ, ਮੋਹਰਾ ਬਣਾ ਲਿਆ ਵਾ। ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਬਲਵਿੰਦਰ ਸੇਖੋਂ ਨੂੰ ਲਾਈਟਲੀ ਲੈ ਰਹੀ ਸੀ ਤੇ ਅੱਜ ਉਹੀ ਇੱਕ ਹਥਿਆਰ ਬਣ ਕੇ ਅਕਾਲੀ ਦਲ ਲਈ ਸਹੀ ਸਾਬਤ ਹੋ ਰਿਹਾ ਵਾ। ਨਹੀਂ, ਦੇਖੋ, ਦੋ ਚੀਜ਼ਾਂ ਇਸ ਗੱਲ ਨਾਲ ਕਲੈਰਿਟੀ ਹੋਈਆਂ ਨੇ। ਇੱਕ ਪਾਰਟ ਇਹ ਕਲੀਅਰ ਹੋਇਆ ਬਈ ਬਲਵਿੰਦਰ ਸੇਖੋਂ ਇੱਕ ਮੋਹਰਾ ਸੀ ਤੇ ਉਹਨੂੰ ਚਲਾਉਣ ਵਾਲੀ, ਜਿਹੜੀ ਅਸੀਂ ਵੀ ਅੱਗੇ ਕਿਹਾ ਵੀ ਅਕਾਲੀ ਲੀਡਰਾਂ ਦੀ ਸਿਕਿਉਰਿਟੀ 'ਚ ਰਿਹਾ, ਇਹ ਅਕਾਲੀ ਦਲ ਨਾਲ ਰਿਲੇਟਡ ਰਿਹਾ, ਜਿਹੜੀ ਗੱਲ ਸਾਰੇ ਜਾਣੇ ਕਹਿੰਦੇ ਸੀ ਸਣੇ ਮੰਤਰੀ, ਉਹ ਚੀਜ਼ ਸਾਬਤ ਹੋ ਗਈ, ਠੀਕ ਹੈ ਨਾ। ਇਹਨਾਂ ਨੇ ਦੇਖ ਗਈ ਇਹ ਗੱਲ ਬਈ ਉਹ ਬੰਦਾ ਬੇਸਿਕਲੀ ਇਹਨਾਂ ਦਾ ਹਥਿਆਰ ਸੀ। ਦੂਜੀ ਚੀਜ਼, ਤੁਹਾਨੂੰ ਥੋੜ੍ਹਾ ਜਿਹਾ ਜੇ ਤੁਸੀਂ ਟੈਕਨੀਕਲੀ ਚੀਜ਼ ਦੇਖੋ ਬਈ ਇਹ ਬੰਦੇ ਉਹ ਨੇ ਜਿਹੜੇ ਸਰਕਾਰ ਚਲਾਉਂਦੇ ਰਹੇ ਨੇ, ਤੇ ਇਹਨਾਂ ਦੀ ਅਕਲ ਦੇਖੋ ਕਿੰਨੀ ਕੁ ਹੈ। ਬਈ ਇੱਕ DSP ਮੇਰਾ ਖਿਆਲ 2-4 ਸਾਲ ਉਹਦੀ ਰਿਟਾਇਰਮੈਂਟ ਨੂੰ ਹੋਣਗੇ, ਜੇ ਉਹ ਨੌਕਰੀ ਕਰਦਾ ਵੀ, ਹੁਣ ਤਾਂ ਚਲੋ ਹੈ ਹੀ ਸਸਪੈਂਡ ਹੈ, ਤੇ ਜੇ ਉਹ ਨੌਕਰੀ ਕਰਦਾ ਵੀ 2-4 ਸਾਲ ਉਹਦੇ ਹੋਣਗੇ। ਇੱਕ DSP ਨੂੰ ਕਮਿਸ਼ਨਰ ਕਿਵੇਂ ਲਾਇਆ ਜਾ ਸਕਦਾ ਜੀ? ਪਹਿਲੇ ਕਹਿੰਦਾ ਲੁਧਿਆਣੇ 'ਚ SSP, ਲੁਧਿਆਣੇ 'ਚ ਤਾਂ SSP ਹੁੰਦਾ ਹੀ ਨਹੀਂ, ਠੀਕ ਹੈ। ਫਿਰ ਕਹਿੰਦਾ ਕਮਿਸ਼ਨਰ ਇੱਕ IPS ਹੁੰਦਾ, ਇੱਕ ਸੀਨੀਅਰ ਬੰਦਾ ਹੁੰਦਾ ਜਿਹੜਾ DIG ਜਾਂ IG ਰੈਂਕ ਦੇ ਬੰਦੇ ਨੂੰ ਕਮਿਸ਼ਨਰ ਲਾ ਸਕਦੇ ਆ। ਤੇ ਜਿਨ੍ਹਾਂ ਨੂੰ ਇੰਨੇ ਸਾਲ ਸਰਕਾਰ ਚਲਾ ਕੇ ਇੰਨੀ ਅਕਲ ਨਹੀਂ ਬਈ ਇੱਕ DSP ਨੂੰ ਕਮਿਸ਼ਨਰ ਲਾ ਸਕਦੇ ਆ। ਇਹ ਤੁਸੀਂ ਲਾ ਲਓ, ਇੰਨੀ ਕਿ ਇਹਨਾਂ ਦੀ ਅਕਲ ਹੈ। ਮੁੱਕਦੀ ਗੱਲ ਇਹ ਹੈ ਵੀ ਸਰਕਾਰਾਂ 'ਚ ਇਹਨਾਂ ਨੇ ਲੁੱਟ ਖਸੁੱਟ ਕੀਤੀ ਹੋਈ ਹੈ, ਪੈਸੇ ਨੇ ਵਾਧੂ, ਸਰਕਾਰ ਤੋਂ ਬਿਨਾਂ ਦਿਲ ਖੜ ਨਹੀਂ ਰਿਹਾ। ਕਮਲਿਆਂ ਵਾਂਗਣ ਭੱਜੇ ਫਿਰਦੇ ਆ, ਗੱਡੀਆਂ ਚੱਕ ਕੇ ਸ਼ੁਰ ਕਰਦੇ, ਕਦੀ ਚੰਡੀਗੜ੍ਹ ਕਦੀ ਪਿੰਡਾਂ 'ਚ ਨੂੰ। ਲੋਕ ਇਹਨਾਂ ਤੋਂ ਬਿਲਕੁਲ, ਇਹਨਾਂ ਨੂੰ ਜਿਵੇਂ ਕਹਿੰਦੇ ਚਿਮਟੇ ਨਾਲ ਹੱਥ ਲਾਉਣ ਨੂੰ ਤਿਆਰ ਨਹੀਂ। ਦੇਖ ਇਹਨਾਂ ਨੂੰ ਰਿਹਾ ਵੀ ਇਹਨਾਂ ਦੇ ਥੱਲਿਓਂ ਸਰਕਾਰੀ, ਜਿਵੇਂ ਕਹਿੰਦੇ ਨਾ, ਜ਼ਮੀਨ ਖਿਸਕ ਚੁੱਕੀ ਹੈ। ਸਰਕਾਰ ਅਗਲੀ ਵਾਰੀ ਕਾਂਗਰਸ ਦੀ ਇਹਨਾਂ ਹਾਲਾਤਾਂ 'ਚ ਰਿਪੀਟ ਹੋ ਰਹੀ ਹੈ। ਤੇ ਇਹ ਖੜੇ ਕਿੱਥੇ ਨੇ?
ਇਹ ਤਾਂ ਬਸ ਵਿਚਾਰੇ ਹੁਣ ਤਰਲੋ ਮੱਛੀ ਨੇ ਵੀ ਕਿਸੇ ਲੋਟ ਸਾਡੇ ਤੇ ਨਾ ਫੋਕਸ ਆ ਜੇ, ਸਾਨੂੰ ਮੀਡੀਆ ਅਟੈਂਸ਼ਨ ਮਿਲ ਜੇ। ਮਤਲਬ ਇਹਨਾਂ ਨੂੰ ਕਿਉਂਕਿ ਕਿਸੇ ਨੇ ਲਾਈਟਲੀ ਸਭ ਨੇ ਲੈਣਾ ਸੀ, ਕਦੀ ਕੋਈ ਸੀਰੀਅਸਨੈਸ ਤਾਂ ਹੈ ਹੀ ਨਹੀਂ ਨਾ ਗੱਲ 'ਚ। ਇੱਕ ਡੀਐਸਪੀ ਨੂੰ ਜਿਹੜਾ ਕਮਿਸ਼ਨਰ ਲਾ ਸਕਦਾ ਹੈ, ਇਹੋ ਜਿਹੇ ਲੀਡਰ ਭਾਈ, ਹੁਣ ਜੇ ਇਹੋ ਜਿਹੇ ਲੀਡਰ ਦੇ ਹੱਥ ਪੰਜਾਬ ਜਾਏ ਫਿਰ ਰੱਬ ਹੀ ਰੱਖਾ। ਜਿਵੇਂ ਇਹ ਗੱਲਾਂ ਵੱਖਰੇ ਨੇ, ਪਰ ਜਿਹੜੇ ਦੋਸ਼ ਲੱਗ ਰਹੇ ਉਹ ਦੋਸ਼ਾਂ ਦੇ ਵਿੱਚ ਕਲੈਰਿਟੀ ਨਹੀਂ ਨਾ ਕਿਤੇ ਆ ਰਹੀ ਹੈ। ਜਿਹੜੇ ਦੋਸ਼ ਬਾਰ-ਬਾਰ ਲੱਗ ਰਹੇ ਆ, ਭਾਵੇਂ ਉਹ ਚੈਟ ਦੀ ਗੱਲ ਕੀਤੀ ਜਾਵੇ, ਕਾਲੇ ਦੌਰ ਦੀ ਫਿਰ ਦੁਬਾਰਾ ਮੈਂ ਗੱਲ ਕਰਦਾ ਵਾਂ, ਭਾਵੇਂ ਰਾਸ਼ਨ ਦੀ ਗੱਲ ਕੀਤੀ ਜਾਵੇ। ਸੋ ਉਹ ਨਜਾਇਜ਼ ਪ੍ਰਾਪਰਟੀ, ਇੱਥੋਂ ਨਜਾਇਜ਼ ਬਿਲਡਿੰਗਾਂ ਬਣ ਰਹੀਆਂ ਸ਼ਹਿਰ ਦੇ ਵਿੱਚ, ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਜੀ। ਓਰੀਐਂਟ ਸਿਨੇਮੇ ਦੀ ਵੀ ਉਹਨਾਂ ਨੇ ਗੱਲ ਕੀਤੀ ਆ, ਉਹਦੀ ਕਲੈਰਿਟੀ ਨਹੀਂ ਕੋਈ ਹੋਈ ਹੱਦ ਤੱਕ। ਜਿਹੜਾ ਹਰ ਚੀਜ਼ ਦਾ ਇੱਕ ਮਹਿਕਮਾ ਹੁੰਦਾ ਜੀ। ਜੇ ਕੋਈ ਇਲੀਗਲ ਕੰਸਟਰਕਸ਼ਨ ਦੀ ਕਿਸੇ ਨੂੰ ਕੋਈ ਸ਼ਿਕਾਇਤ ਹੈ ਤੇ ਉਹ ਲੋਕਲ ਗਵਰਨਮੈਂਟ ਥੱਲੇ ਹੈ ਜੀ, ਠੀਕ ਹੈ। ਉਹਦੇ 'ਚ ਇਕੱਲਾ ਇੱਕ ਮੰਤਰੀ ਕਿਵੇਂ ਟਾਰਗੇਟ? ਫਿਰ ਤੁਸੀਂ ਉਦੋਂ ਧਰਨਾ ਦੇਣ ਆ ਰਹੇ ਹੋ ਜਿੱਦਣ ਸਾਰਾ ਪੰਜਾਬ ਦੇ ਐਮਐਲਏ ਮੰਤਰੀ ਕਿਸਾਨੀ ਦੇ ਇਸ਼ੂ ਤੇ ਦਿੱਲੀ ਬੈਠੇ ਨੇ ਜੀ, ਠੀਕ ਹੈ ਜੀ। ਤੀਜੀ ਚੀਜ਼, ਕਿਸੇ ਨੂੰ ਇੱਕ ਪੈਸੇ ਵੀ ਇਸ ਚੀਜ਼ ਦੇ ਉੱਤੇ ਕੋਈ ਡਾਊਟ ਹੈ, ਠੀਕ ਹੈ, ਕੋਈ ਵਿਧਾਨ ਸਭਾ 'ਚ ਪੁੱਛ ਸਕਦਾ ਹੈ, ਕੋਈ ਸਵਾਲ ਲਾ ਸਕਦਾ ਹੈ, ਕੋਈ ਉੱਥੇ ਜਾ ਕੇ ਮਹਿਕਮੇ 'ਚੋਂ ਪਤਾ ਕਰ ਸਕਦਾ ਹੈ। ਇਹ ਕੋਈ ਬੰਦਾ ਇਹ ਦੱਸੇ ਨਾ ਮੈਨੂੰ ਆਹ ਚੀਜ਼ ਹੈ, ਮੈਂ ਆਹ ਚਾਹੁੰਦਾ। ਮੈਂ ਇੱਕ ਇਲਜ਼ਾਮ ਲਾਦਾ ਵੀ ਧੂਨਾ ਜੀ ਲੁਧਿਆਣੇ 'ਚੋਂ ਪੈਸੇ ਲੈ ਗਏ, ਪਰ ਕਿੱਥੋਂ ਲੈ ਗਏ? ਇਸ ਬੰਦੇ ਤੋਂ ਲੈ ਗਏ, ਇਸ ਚੀਜ਼ ਦੇ ਲੈ ਨੇ, ਕੋਈ ਕਲੈਰਿਟੀ ਤਾਂ ਚਾਹੀਦੀ ਹੈ। ਕੋਈ ਰਾਸ਼ਨ ਵਾਲੀ ਗੱਲ ਤੇ ਜਿਵੇਂ ਮਿਸਿਸ ਮਮਤਾ ਆਸ਼ੂ ਨੇ ਕਿਹਾ ਵੀ ਜਿੰਨੇ ਉੱਥੇ ਬੈਠੇ ਸੀ ਉਹਨਾਂ 'ਚੋਂ ਹੀ ਅੱਧੇ ਬੰਦਿਆਂ ਤੋਂ ਪੁੱਛ ਲਓ ਵੀ ਮਤਲਬ ਅੱਧੇ ਕੀ, ਮੈਂ ਅੱਧੇ ਤਾਂ ਚਲੋ ਮੂੰਹੋਂ ਨਿਕਲ ਗਿਆ ਵੀ ਮੇਰਾ ਖਿਆਲ 95% ਤੋਂ ਉੱਤੇ ਬੰਦੇ ਉਹ ਨੇ ਜਿਹੜੇ ਲੋਕਡਾਊਨ 'ਚ ਆਸ਼ੂ ਜੀ ਦੇ ਦਫ਼ਤਰ ਜਾ ਕੇ ਉਹਨਾਂ ਤੋਂ ਰਾਸ਼ਨ ਲੈ ਕੇ ਲੋਕਾਂ 'ਚ ਵੰਡਦੇ ਰਹੇ ਨੇ। ਤੇ ਜੇ ਮਤਲਬ ਅਗਰ ਆਪਾਂ ਐਥੀਕਲੀ ਲਈਏ ਤੇ ਜੇ ਤੁਸੀਂ ਆਪਣੀ ਲੀਡਰੀ ਚਮਕਾਉਣਾ ਚਾਹੁੰਦੇ ਹੋ, ਇਹ ਕੰਮ ਸਰਕਾਰ ਦਾ ਸੀ, ਤੇ ਐਥੀਕਲੀ ਇਹ ਤੁਸੀਂ ਮਤਲਬ ਜਾਂ ਤਾਂ ਆਪਣੇ ਕੋਲੋਂ ਜਾਂ ਆਪਣੇ ਦੋਸਤਾਂ ਤੋਂ ਜਾਂ ਕਿੱਥੋਂ ਤੋਂ ਮਦਦ ਕਰਾਓ ਤਾਂ ਗੱਲ ਸਮਝ ਆਉਂਦੀ ਹੈ। ਤੁਸੀਂ ਸਰਕਾਰ ਹੋਏ ਕਾਂਗਰਸ ਦੀ ਲੀਡਰੀ ਤੁਸੀਂ ਚਮਕਾਉਣ ਲਈ ਇੱਕ ਤਾਂ ਮਿਹਨਤ ਕਰਕੇ ਉੱਥੋਂ ਰਾਸ਼ਨ ਲਿਆ ਵੀ ਰਹੇ ਹੋ, ਠੀਕ ਹੈ, ਤੇ ਉੱਤੋਂ ਤੁਸੀਂ ਫਿਰ ਇਲਜ਼ਾਮ ਵੀ ਲਾ ਰਹੇ ਹੋ ਲੀਡਰਾਂ ਮੂਹਰੇ ਬੈਠ ਕੇ। ਇਹ ਕਿੱਥੇ ਦੀ ਸੱਚਾਈ ਹੈ ਜੀ? ਸੋ ਚਲੋ ਗੱਲ ਉਹਦੀ ਫਿਰ ਉੱਥੇ ਆ ਜਾਂਦੀ ਹੈ ਇਲਜ਼ਾਮਾਂ ਦੀ। ਤੁਸੀਂ ਕਲੈਰਿਟੀ ਕਰਤੀ ਹੈ। ਕਾਲੇ ਦੌਰ ਦੀ ਵਾਰ-ਵਾਰ ਗੱਲ ਹੋ ਰਹੀ ਹੈ, ਵੱਡੇ ਵੱਡੇ ਪੋਸਟਰ ਲਗਾਏ ਗਏ ਸਨ, ਨਾਅਰੇਬਾਜ਼ੀ ਉਹ ਹੋਈ ਆ ਉੱਥੇ। ਮੈਂ ਸਕਦਾ ਜੀ ਜਿਨ੍ਹਾਂ ਦੀ ਸੱਭਿਅਕ ਭਾਸ਼ਾ ਮੈਂ ਇੱਥੇ ਵਰਤ ਨਹੀਂ ਸਕਦਾ, ਸੱਭਿਅਕ ਭਾਸ਼ਾ 'ਚ ਨਾਅਰੇਬਾਜ਼ੀ ਹੋਈ ਆ, ਉਸ ਚੀਜ਼ ਦਾ ਜ਼ਿਆਦਾ ਰੌਲਾ ਪੈ ਰਿਹਾ ਵੀ ਜੇ ਬਲਟੋਏ ਦਾ ਕੇਸ ਦੁਬਾਰਾ ਖੁੱਲ੍ਹ ਸਕਦਾ, ਵਿਰਸਾ ਸਿੰਘ ਬਲਟੋਆ ਉਹਨਾਂ ਦਾ ਕੇਸ ਖੁੱਲ੍ਹ ਸਕਦਾ ਵਾ, ਤਾਂ ਮੰਤਰੀ ਆਸ਼ੂ ਦਾ ਕੇਸ ਕਿਉਂ ਨਹੀਂ ਖੁੱਲ੍ਹਿਆ ਜਾ ਰਿਹਾ? ਖੋਲ੍ਹਣ 'ਚ ਕੌਣ ਰੋਕਦਾ? ਮਤਲਬ ਮੈਨੂੰ ਦੱਸੋ ਨਾ, ਕੌਣ ਰੋਕਦਾ? ਕਿਸੇ ਨੇ ਰੋਕਿਆ? ਕੋਈ ਕੇਸ ਦੀ ਕੋਈ ਪ੍ਰੋਬਲਮ ਹੈ? ਦੇਖੋ ਮੈਂ ਕਹਿੰਦਾ ਵੀ ਜਿੱਦਣ ਮੈਂ ਮੁੱਖ ਮੰਤਰੀ ਬਣਿਆ, ਮੈਂ ਜੀ ਅੱਜ ਬਿਆਨ ਦੇਵਾਂ, ਜੇ ਮੈਂ ਮੁੱਖ ਮੰਤਰੀ ਜਦੋਂ ਬਣ ਗਿਆ ਤੇ ਮੈਂ ਮਹੇਸ਼ਿੰਦਰ ਨੂੰ ਇਹ ਪੱਖੇ ਨਾਲ ਪੁੱਠਾ ਟੰਗਾ ਦੂੰ, ਠੀਕ ਹੈ। ਪਰ ਇੱਕ ਜੇ ਹੈ ਨਾ, ਉਹ ਜੇ ਕਿੱਥੇ ਹੈ? ਜਦੋਂ ਸਾਡੀ ਸਰਕਾਰ ਆਈ ਤੇ ਜਦੋਂ ਤੱਕ ਇੰਜਨ ਬਦਲੇ ਨਹੀਂ ਜਾਂਦੇ ਅਕਾਲੀ ਦਲ ਦੇ, ਤੁਹਾਨੂੰ ਲੱਗਦਾ ਵੀ ਲੋਕਾਂ ਨੇ ਅੱਜ ਪਿਛਲੀ ਵਾਰੀ ਜਿਹੜੇ 15 ਸੀ ਐਤਕੀ 15 ਵੀ ਜਿੱਤ ਜਾਣਗੇ? ਜੀ। ਸੋ ਜਿਵੇਂ ਆਪਾਂ ਇਸ ਮੁੱਦੇ ਤੋਂ ਲੱਗ ਥੋੜ੍ਹਾ ਆਈਏ, ਕਿਸਾਨੀ ਸੰਘਰਸ਼ ਚੱਲ ਰਿਹਾ ਇੱਕ ਪਾਸੇ, ਤਾਂ ਦੂਜੇ ਪਾਸੇ ਗੱਲ ਇਹ ਵੀ ਉੱਠ ਰਹੀ ਹੈ ਵੀ ਕਿਸਾਨੀ ਸੰਘਰਸ਼ ਦੇ ਨਾਮ 'ਤੇ ਉਹ ਮੂਵਮੈਂਟ ਖੜੀ ਹੋ ਰਹੀ ਹੈ ਦੁਬਾਰਾ ਖਾਲਿਸਤਾਨ ਪੱਖੀ, ਵੀ ਕੇਂਦਰ ਸਰਕਾਰ ਦਾ ਇਹਦੇ ਵਿੱਚ ਹੱਥ ਆ। ਰਵਨੀਤ ਬਿੱਟੂ ਤੁਹਾਡੇ ਐਮਪੀ ਨੇ, ਉਹਨਾਂ ਨੇ ਵੀ ਵੱਡੇ ਦੋਸ਼ ਲਗਾਏ ਨੇ ਵੀ ਕਿਹੜੀ ਕੇਂਦਰ ਸਰਕਾਰ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਆ। ਕਿਸਾਨੀ ਸੰਘਰਸ਼ ਦੇ ਉੱਤੇ ਕਿਸਾਨਾਂ ਦੀ ਗੱਲ ਘੱਟ ਹੁੰਦੀ ਆ, ਵੱਖਵਾਦ ਦੀ ਗੱਲ ਜ਼ਿਆਦਾ ਹੁੰਦੀ ਆ, ਖਾਲਿਸਤਾਨ ਦੀ ਖਾਸ ਤੌਰ 'ਤੇ ਜ਼ਿਆਦਾ ਗੱਲ ਹੋ ਰਹੀ ਆ। ਦੇਖੋ ਨੋ ਡਾਊਟ ਮੈਂ ਕੋਈ ਉਸ ਚੀਜ਼ 'ਤੇ ਓਫੀਸ਼ੀਅਲੀ ਤਾਂ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਮੈਂ ਡਾਇਰੈਕਟਲੀ ਗਵਰਨਮੈਂਟ ਦਾ ਪਾਰਟ ਨਹੀਂ। ਪਰ ਜਿੱਦਾਂ ਕਿ ਸਿੰਗਰਾਂ ਨੇ ਵੀ ਗੋਲੀਆਂ ਤਾੜ ਫਲਾਨਾ ਚੱਲ ਰਿਹਾ, ਕੋਈ ਮਤਲਬ ਜਿੱਦਾਂ ਚੱਲ ਪਿਆ ਵੀ ਸਾਡੀ ਹੱਥ ਰੱਖੋਗੇ ਵੱਢਾਂਗੇ, ਜਿਹੜੇ ਇਹੋ ਜਿਹੇ ਬਿਆਨ ਨੇ ਇਹੋ ਜਿਹੇ ਦਿਨ ਅਵੋਇਡ ਕਰਨੇ ਚਾਹੀਦੇ ਨੇ। ਮੇਰੀ ਸਮਝ ਇਹ ਕਹਿੰਦੀ ਹੈ। ਦੂਜੀ ਚੀਜ਼, ਨੋ ਡਾਊਟ ਕੁਛ ਸ਼ਰਾਰਤੀ ਅਨਸਰ ਜਦੋਂ ਐ ਹੁੰਦੇ ਆ ਹਾਲਾਤ ਤੇ ਉਹ ਉਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਮੈਂ ਬਾਏ ਐਂਡ ਲਾਰਜ ਆਮ ਜਨਤਾ ਨੂੰ ਇੱਕ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਚਾਹੁੰਦਾ, ਬੀਇੰਗ ਪਾਰਟ ਆਫ ਕਾਂਗਰਸ, ਕਿ ਕੈਪਟਨ ਅਮਰਿੰਦਰ ਸਿੰਘ ਇੱਕ ਬਹੁਤ ਹੀ ਮਤਲਬ ਜਿਵੇਂ ਕਹਿੰਦੇ ਆ ਕਾਬਲ ਲੀਡਰ ਨੇ, ਤੇ ਉਹਨਾਂ ਦੀ ਲੀਡਰਸ਼ਿਪ ਤੇ ਜਿਹੜੀ ਉਹਨਾਂ ਦੀ ਇੱਕ ਬਹੁਤ ਚੰਗੀ ਕੈਬਨਿਟ ਆ ਉਹਨਾਂ ਦੇ ਨਾਲ, ਮੇਰਾ ਨਹੀਂ ਖਿਆਲ ਬਈ ਪੰਜਾਬ ਦੇ ਵਿੱਚ ਕੋਈ ਗਲਤ ਮੂਵਮੈਂਟ ਜਾਂ ਗਲਤ ਤਰੀਕੇ ਵਾਲੇ ਪਾਸੇ ਜਾਣ ਦੇਣਗੇ। ਅਗਰ ਕੋਈ ਇਹੋ ਜਿਹਾ ਅੰਦੇਸ਼ਾ ਹੋਊਗਾ ਤੇ ਅਕੋਰਡਿੰਗਲੀ
ਗਵਰਨਮੈਂਟ ਐਕਸ਼ਨ ਲਊਗੀ ਜੀ ਉਹਦੇ ਤੇ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਇਹ ਸਨ ਈਸ਼ਵਰਜੋਤ ਚੀਮਾ, ਜਿਨ੍ਹਾਂ ਨੇ ਅਕਾਲੀ ਦਲ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਪਹਿਲਾਂ ਕੱਲ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਕੇ ਮਹੇਸ਼ ਚੰਦਰ ਗਰੇਵਾਲ ਦੇ ਜਿਹੜੀ ਕਾਬਲੀਅਤ ਆ ਉਹ 'ਤੇ ਸਵਾਲ ਚੁੱਕੇ ਸੀ। ਸੋ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਤਾਂ ਉਹੀ ਗੱਲਾਂ ਉਹਨਾਂ ਦੁਹਰਾਈਆਂ ਨੇ ਵੀ ਮਹੇਸ਼ ਚੰਦਰ ਗਰੇਵਾਲ ਆਪਣੀ ਪੋਲਿਟਿਕਸ ਕਰ ਰਹੇ ਨੇ, ਕੋਈ ਉਹਨਾਂ ਦੀ ਦੇਣ ਨਹੀਂ ਹੈਗੀ। ਖਾਸ ਤੌਰ ਤੇ ਇੱਕ ਪਾਰਕ ਦਾ ਜ਼ਿਕਰ ਜ਼ਰੂਰ ਕੀਤਾ, ਜਿਹੜਾ ਅਸੀਂ ਜਿਸ ਪਾਰਕ ਦਾ ਅਸੀਂ ਦੌਰਾ ਵੀ ਕਰਾਂਗੇ ਕਿ ਜੇ ਪਾਰਕ ਦੀ ਉਹ ਗੱਲ ਕਰ ਰਹੇ ਨੇ। ਸੋ ਸਾਰੀਆਂ ਚੀਜ਼ਾਂ ਦੀ ਗੱਲਬਾਤ ਕੀਤੀ ਹੈ। ਰਾਸ਼ਨ ਘੁਟਾਲੇ ਦੀ ਜਿਹੜੀ ਗੱਲ ਹੋ ਰਹੀ ਆ ਉਹਦੀ ਗੱਲ ਕੀਤੀ ਜਾਵੇ, ਕਾਲੇ ਦੌਰ ਦੀ ਗੱਲ ਕੀਤੀ ਜਾਵੇ, ਜਾਂ ਡੀਐਸਪੀ ਸੇਖੋਂ ਦੇ ਇਲਜ਼ਾਮਾਂ ਦੀ ਗੱਲ ਕੀਤੀ ਜਾਵੇ। ਸਾਰੇ ਇਲਜ਼ਾਮਾਂ 'ਤੇ ਈਸ਼ਵਰਜੋਤ ਚੀਮਾ ਨੇ ਆਪਣੀ ਖੁੱਲ੍ਹ ਕੇ ਰਾਏ ਰੱਖੀ ਆ। ਸੋ ਅੱਗੇ ਦੇਖਦੇ ਜਿਹੜੀ ਇਹ ਜਿਹੜੀ ਲੜਾਈ ਆ, ਸਿਆਸੀ ਲੜਾਈ ਆ, ਇਹ ਅੱਗੇ ਕੀ ਰੁਖ ਅਖਤਿਆਰ ਕਰਦੀ ਆ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਨਾਲ, ਵੇਖਦੇ ਰਹੋ ਪ੍ਰਾਈਮ ਉਦੇ। ਸਤਿ ਸ਼੍ਰੀ ਅਕਾਲ।